ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਨਵੇਂ ਐਡਵਾਂਸਡ ਕੈਨੇਡਾ ਵਰਕਰਸ ਨੂੰ 11 ਅਕਤੂਬਰ ਨੂੰ ਭੁਗਤਾਨ ਦਾ ਵੱਡਾ ਲਾਭ ਮਿਲਣ ਜਾ ਰਿਹਾ ਹੈ। ਕੈਨੇਡਾ ਰੈਵਨਿਊ ਏਜੰਸੀ CRA 11 ਅਕਤੂਬਰ 2024 ਨੂੰ ਨਵਾਂ ਐਡਵਾਂਸ ਕੈਨੇਡਾ ਵਰਕਰਸ ਬੈਨੀਫਿਟ ਭੁਗਤਾਨ ਜਾਰੀ ਕਰੇਗੀ। ACWB ਦੇਸ਼ ਭਰ ਵਿੱਚ ਯੋਗ ਘੱਟ ਆਮਦਨ ਵਾਲੇ ਕਾਮਿਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਮਹੱਤਵਪੂਰਨ ਵਿੱਤੀ ਰਾਹਤ ਪ੍ਰਦਾਨ ਕਰਦਾ ਤੇ ਦੱਸਦੀ ਹੈ ਕਿ ਇਸ ਭੁਗਤਾਨ ਵਿੱਚ ਕੈਨੇਡਾ ਦੇ ਵਿਆਪਕ ਵਰਕਰਸ ਬੈਨੀਫਿਟਸ ਪ੍ਰੋਗਰਾਮ ਦਾ ਜੋ ਹਿੱਸਾ ਹੈ, ਜੋ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਆਪਣੀ ਆਮਦਨ ਵਧਾਉਣ ਦੇ ਵਾਧੇ ਰਹਿਣ ਸਹਿਣ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਸਤ੍ਰਿਤ ਗਾਈਡ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਵਿੱਚ ਕੀ ਸ਼ਾਮਲ ਹੈ, ਕੌਣ ਯੋਗ ਹੈ, ਤੁਸੀਂ ਕਿੰਨੀ ਰਕਮ ਪ੍ਰਾਪਤ ਕਰ ਸਕਦੇ ਹੋ ਅਤੇ 2024 ਲਈ ਤੁਹਾਡੇ ਕੈਲੰਡਰ 'ਤੇ ਚਿੰਨ੍ਹਿਤ ਕਰਨ ਲਈ ਮਹੱਤਵਪੂਰਨ ਭੁਗਤਾਨ ਦੀਆਂ ਤਰੀਕਾਂ ਵੀ ਅਸੀਂ ਤੁਹਾਨੂੰ ਦੱਸਾਂਗੇ। ਸੂਚਿਤ ਰਹੋ ਤਾਂ ਜੋ ਤੁਸੀਂ ਇਹ ਜ਼ਰੂਰੀ ਸਹਾਇਤਾ ਤੋਂ ਖੁੰਝ ਨਾ ਜਾਓ। ਤਾਂ ਸਭ ਤੋਂ ਪਹਿਲਾਂ ਸਮਾਂ ਸਾਰਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ACWB ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਕੀ ਹੈ, ਤੁਸੀਂ ਕੈਨੇਡਾ ਵਰਕਰਸ ਤੋਂ ਕਿੰਨਾ ਕੁ ਲਾਭ ਪ੍ਰਾਪਤ ਕਰ ਸਕਦੇ ਹੋ, ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਯੋਗਤਾ ਕੀ ਹੈ, ਵਧੀਕ ਸਹਾਇਤਾ ਪਾत्रता ਪੂਰਵ ਯੋਗਤਾ, ਤੁਸੀਂ ਐਡਵਾਂਸ ਕੈਨੇਡਾ ਵਰਕਰ ਬੈਨੀਫਿਟ ਕਿਉਂ ਪ੍ਰਾਪਤ ਨਹੀਂ ਕਰ ਸਕਦੇ ਹੋ, ਆਪਣੇ ਲਾਭ ਨੂੰ ਵੱਧ ਤੋਂ ਵੱਧ ਕਰਨਾ, ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਸੁਝਾਅ। ਉੱਥੇ ਦੱਸਦੇ ਕਿ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਇੱਕ ਉન્નਤ ਭੁਗਤਾਨ ਪ੍ਰਣਾਲੀ ਹੈ ਜੋ ਕੈਨੇਡਾ ਵਰਕਰਸ ਬੈਨੀਫਿਟ ਦੇ ਨਾਲ ਜੁੜੀ ਹੋਈ ਹੈ। ਇੱਕ ਰਿਫੰਡੇਬਲ ਟੈਕਸ ਕ੍ਰੈਡਿਟ ਜਿਸ ਦਾ ਉਦੇਸ਼ ਘੱਟ ਆਮਦਨੀ ਵਾਲੇ ਕਰਮਚਾਰੀਆਂ ਨੂੰ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਜੇਕਰ ਤੁਸੀਂ CWB ਲਈ ਯੋਗ ਹੋ ਤਾਂ ਤੁਸੀਂ ਆਪਣੇ CWB ਰਕਮ ਦਾ 50% ਅਗਾਊ ਪ੍ਰਾਪਤ ਕਰ ਸਕਦੇ ਹੋ, ਜਿਸ ਦਾ ਭੁਗਤਾਨ 3 ਤਿਮਾਹੀ ਕਿਸ਼ਤਾਂ ਵਿੱਚ ਕੀਤਾ ਜਾਵੇਗਾ। ਇਹ ਭੁਗਤਾਨ ਉਹਨਾਂ ਲੋਕਾਂ ਦੀ ਮਦਦ ਲਈ ਤਿਆਰ ਕੀਤੇ ਗਏ ਸਨ ਜੋ ਰੋਜ਼ਾਨਾ ਦੇ ਖਰਚੇ ਦੇ ਨਾਲ ਸੰਘਰਸ਼ ਕਰ ਰਹੇ ਨੇ, ਬਿਨਾਂ ਉਹਨਾਂ ਦੇ ਪੂਰਾ ਲਾਭ ਕਰਨ ਦੇ ਲਈ ਇੱਕ ਟੈਕਸ ਸੀਜ਼ਨ ਤੱਕ ਉਡੀਕ ਕੀਤੇ ਬਿਨਾਂ। ਇਹ ਉੱਥੇ ਦੱਸਦੀ ਹੈ ਕਿ ਤੁਹਾਡੇ ਦੁਆਰਾ ਸਾਲ ਦੀ ਆਪਣੀ ਟੈਕਸ ਪ੍ਰਣਾਲੀ ਜੋ ਰਿਟਰਨ ਫਾਈਲ ਕਰਨ ਤੋਂ ਬਾਅਦ ਬਾਕੀ ਦੇ ਬਚੇ ਹਿੱਸਿਆਂ ਦਾ ਭੁਗਤਾਨ ਕੀਤਾ ਜਾਂਦਾ ਹੈ। 2024 ਲਾਭ ਲਈ ACWB ਦਾ ਭੁਗਤਾਨ ਦੀਆਂ ਤਰੀਕਾਂ 12 ਜੁਲਾਈ 2024 ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ। ਅਕਤੂਬਰ 11 2024 ਅਤੇ 10 ਜਨਵਰੀ 2025 ਕੀ ਤੁਸੀਂ ਕੈਨੇਡਾ ਵਰਕਰਾਂ ਤੋਂ ਕਿੰਨਾ ਕੁ ਲਾਭ ਪ੍ਰਾਪਤ ਕਰ ਸਕਦੇ ਹੋ। CWB ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਪਹਿਲਾ ਹਿੱਸਾ ਬੁਨਿਆਦੀ CWB ਲਾਭ, ਮੁੱਢਲੀ CWB ਰਕਮ ਤੁਹਾਡੀ ਐਡਜਸਟ ਕੀਤੀ ਕੁੱਲ ਆਮਦਨ ਅਤੇ ਕੀ ਤੁਸੀਂ ਇਕੱਲੇ ਵਿਅਕਤੀ ਜਾਂ ਪਰਿਵਾਰ ਦਾ ਹਿੱਸਾ ਹੋ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਸਿੰਗਲ ਵਿਅਕਤੀ ਦੀ ਗੱਲ ਕੀਤੀ ਜਾਵੇ, ਜੇਕਰ ਤੁਹਾਡੀ ਐਡਜਸਟ ਕੁੱਲ ਆਮਦਨ 24,975 ਜਾਂ ਇਸ ਤੋਂ ਘੱਟ ਹੈ ਤਾਂ ਤੁਹਾਨੂੰ ਸਾਲਾਨਾ ਵੱਧ ਤੋਂ ਵੱਧ $1,518 ਪ੍ਰਾਪਤ ਹੋ ਸਕਦੇ ਨੇ। ਇਹ ਲਾਭ ਰਾਸ਼ੀ ਹੌਲੀ ਹੌਲੀ ਘਟਦੀ ਜਾਂਦੀ ਹੈ ਕਿਉਂਕਿ ਤੁਹਾਡੀ ਆਮਦਨ $35,995 ਜਾਂ ਇਸ ਤੋਂ ਵੱਧ ਹੋਣ ਤੋਂ ਬਾਅਦ ਇਹ ਖਤਮ ਹੋ ਜਾਂਦੀ ਹੈ। ਪਰਿਵਾਰ ਜਿੱਥੇ ਸਾਲਾਨਾ 2,616 ਤੱਕ ਪ੍ਰਾਪਤ ਕਰਦਾ, ਜੇਕਰ ਉਹਨਾਂ ਦੀ ਐਡਜਸਟ ਕੀਤੀ ਸ਼ੁੱਧ ਆਮਦਨ $28,494 ਜਾਂ ਘੱਟ ਹੈ, ਇਹ ਰਕਮ ਉੱਚ ਆਮਦਨੀ ਦੇ ਨਾਲ ਵੀ ਘਟਦੀ ਹੈ ਪੂਰੀ ਤਰ੍ਹਾਂ $45,934 ਜਾਂ ਇਸ ਤੋਂ ਵੱਧ ਤੇ ਉਹ ਖਤਮ ਹੋ ਜਾਂਦੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਕਿਊਬਕ, ਨਾਨਾਵਟ ਅਤੇ ਅਲਬਰਟਾ ਦੇ ਨਿਵਾਸੀਆਂ ਲਈ ਅਧਿਕਤਮ ਮੁੱਲ CWB ਘੱਟ ਵੱਖ-ਵੱਖ ਹੋ ਸਕਦੀ ਹੈ ਕਿਉਂਕਿ ਹਰੇਕ ਪ੍ਰਾਂਤ ਦੇ ਖੇਤਰ ਵਿੱਚ ਵੱਖ-ਵੱਖ ਯੋਗਤਾ ਦੇ ਜੋ ਥ੍ਰੈਸ਼ਹੋਲਡ ਦਾ ਲਾਭ ਦੀ ਗਣਨਾ ਹੋ ਸਕਦੀ ਹੈ। ਅਪਾਹਜਤਾ ਪੂਰਵਕ ਦੀ ਗੱਲ ਕੀਤੀ ਜਾਵੇ ਤਾਂ ਅਪੰਗਤਾ ਕ੍ਰੈਡਿਟ ਕਾਰਡ ਇੱਕ ਯੋਗ ਵਿਅਕਤੀ CWC ਦੇ ਹਿੱਸੇ ਵਜੋਂ ਅਪੰਗਤਾ ਪੂਰਵ ਵੀ ਪ੍ਰਾਪਤ ਕਰ ਸਕਦੇ ਨੇ। 35,998 ਜਾਂ ਇਸ ਤੋਂ ਘੱਟ ਐਡਜਸਟ ਸ਼ੁੱਧ ਆਮਦਨੀ ਵਾਲੇ ਸਿੰਗਲ ਵਿਅਕਤੀ ਸਾਲਾਨਾ $784 ਪ੍ਰਾਪਤ ਕਰ ਸਕਦੇ ਨੇ। ਇਹ ਰਕਮ ਹੌਲੀ ਹੌਲੀ ਘਟਦੀ ਜਾਂਦੀ ਕਿਉਂਕਿ ਆਮਦਨ ਵੱਧਦੀ ਹੈ। 40,325 ਦੇ ਪੜਾਅਵਾਰ ਤੇ 40,325 ਜਾਂ ਇਸ ਤੋਂ ਘੱਟ ਦੀ ਵਿਸਤ੍ਰਿਤ ਸ਼ੁੱਧ ਆਮਦਨ ਵਾਲੇ ਪਰਿਵਾਰ ਨੂੰ ਵੀ $784 ਸਾਲਾਨਾ ਪ੍ਰਾਪਤ ਹੋ ਸਕਦੇ ਹਨ। ਜੇਕਰ ਦੋਵੇਂ ਪਤੀ ਪਤਨੀ ਅਪਾਹਜਤਾ ਟੈਕਸ ਕ੍ਰੈਡਿਟ ਦੇ ਯੋਗ ਨੇ ਤਾਂ ਕੋਈ ਅਪੰਗਤਾ ਪੂਰਨ ਭੁਗਤਾਨ ਨਹੀਂ ਕੀਤਾ ਜਾਂਦਾ। ਜੇਕਰ ਪਰਿਵਾਰ ਦੀ ਐਡਜਸਟ ਸ਼ੁੱਧ ਆਮਦਨ
$56,386 ਤੋਂ ਵੱਧ ਹੈ। ਜੇਕਰ ਤੁਸੀਂ ਸਹੀ ਰਕਮ ਬਾਰੇ ਪੱਕੇ ਨਹੀਂ ਹੋ ਤਾਂ ਤੁਸੀਂ ਇਸ ਦੇ ਯੋਗ ਹੋ ਸਕਦੇ ਹੋ। ਤਾਂ ਤੁਸੀਂ ਆਪਣੇ ਭੁਗਤਾਨ ਦਾ ਅੰਦਾਜ਼ਾ ਲਾਉਣ ਲਈ CRA ਦੇ ਚਾਈਲਡ ਅਤੇ ਫੈਮਿਲੀ ਬੈਨੀਫਿਟ ਕਲੈਕਟਰ ਦੀ ਵਰਤੋਂ ਕਰ ਸਕਦੇ ਹੋ। ਐਡਵਾਂਸ ਕੈਨੇਡਾ ਵਰਕਰ ਬੈਨੀਫਿਟ ਦੀ ਯੋਗਤਾ ਕੀ ਹੈ? ਕੈਨੇਡਾ ਵਰਕਰਸ ਬੈਨੀਫਿਟ ਦੀ ਯੋਗਤਾ ਆਮਦਨ, ਰਿਹਾਇਸ਼ ਅਤੇ ਹੋਰ ਮੁੱਖ ਮਾਪਦੰਡਾਂ ਤੇ ਆਧਾਰਿਤ ਹੈ। CWB ਦੀ ਮੂਲ ਰਕਮ ਲਈ ਯੋਗ ਹੋਣ ਲਈ ਤੁਹਾਨੂੰ ਹੇਠਲੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ। ਕੰਮਕਾਜੀ ਆਮਦਨੀ, ਤੁਹਾਨੂੰ ਕੰਮਕਾਜੀ ਆਮਦਨੀ ਕਮਾਉਣੀ ਚਾਹੀਦੀ ਹੈ ਅਤੇ ਤੁਹਾਡੇ ਸੂਬੇ ਜਾਂ ਰਿਹਾਇਸ਼ ਦੇ ਖੇਤਰਾਂ ਦੁਆਰਾ ਨਿਰਧਾਰਿਤ ਥ੍ਰੈਸ਼ਹੋਲਡ ਤੋਂ ਘੱਟ ਆਮਦਨ ਹੋਣੀ ਚਾਹੀਦੀ ਹੈ। ਉਮਰ 31 ਦਸੰਬਰ ਤੱਕ ਤੁਹਾਡੀ ਉਮਰ ਘੱਟੋ ਘੱਟ 19 ਸਾਲ ਹੋਣੀ ਚਾਹੀਦੀ ਹੈ। ਜਾਂ ਤੁਸੀਂ ਆਪਣੇ ਜੀਵਨ ਸਾਥੀ, ਕੰਮ ਲਾ ਪਾਰਟਨਰ ਜਾਂ ਬੱਚਿਆਂ ਦੇ ਨਾਲ ਰਹਿ ਰਹੇ ਹੋ। ਰੈਜ਼ੀਡੈਂਸੀ, ਤੁਹਾਡਾ ਸਾਲ ਭਰ ਕੈਨੇਡਾ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਕੌਣ ਯੋਗ ਇਸ ਵਿੱਚ ਨਹੀਂ ਹੈ? ਤੁਸੀਂ CWB ਲਈ ਯੋਗ ਨਹੀਂ ਹੋ ਜੇਕਰ ਆਪ ਸਾਲ ਭਰ ਜੇਲ੍ਹ ਵਿੱਚ ਬੰਦ ਰਹੇ ਹੋ। ਤੁਸੀਂ ਸਾਲ ਦੇ ਦੌਰਾਨ 13 ਹਫ਼ਤਿਆਂ ਤੋਂ ਵੱਧ ਸਮੇਂ ਲਈ ਇੱਕ ਮਨੋਨੀਤ ਵਿਦਿਅਕ ਸੰਸਥਾ ਦਾ ਦਾਖਲਾ ਲੈਣ ਵਾਲੇ ਫੁੱਲ ਟਾਈਮ ਵਿਦਿਆਰਥੀ ਹੋ ਜਦੋਂ ਤੱਕ ਤੁਹਾਡੇ ਕੋਲ 31 ਦਸੰਬਰ ਨੂੰ ਨਿਰਪਰ ਨਹੀਂ ਹੁੰਦੀ। ਜੇਕਰ ਕੈਨੇਡਾ ਵਿੱਚ ਟੈਕਸ ਭੁਗਤਾਨ ਕਰਨਾ ਨਹੀਂ ਪੈਂਦਾ ਕਿਉਂਕਿ ਤੁਸੀਂ ਕਿਸੇ ਹੋਰ ਦੇਸ਼ ਦੇ ਅਧਿਕਾਰਿਕ ਜਾਂ ਨੌਕਰ ਹੋ, ਤਾਂ ਫਿਰ ਜਿਵੇਂ ਡਿਪਲੋਮੈਟਸ ਜਾਂ ਤੁਸੀਂ ਅਜਿਹੇ ਵਿਅਕਤੀ ਦੇ ਪਰਿਵਾਰਕ ਮੈਂਬਰ ਜਾਂ ਕਰਮਚਾਰੀ ਹੋ। ਯੋਗ ਜੀਵਨ ਸਾਥੀ ਦੇ ਕਾਮਲਾ ਪਾਰਟਨਰ ਦੀ ਗੱਲ ਕਰਾਂ ਤਾਂ ਕੈਨੇਡਾ ਵਰਕਰ ਬੈਨੀਫਿਟਸ ਦੇ ਉਦੇਸ਼ ਦੇ ਲਈ ਇੱਕ ਯੋਗ ਜੀਵਨ ਸਾਥੀ ਜਾਂ ਫਿਰ ਕਾਮਲਾ ਪਾਰਟਨਰ ਇੱਕ ਅਜਿਹੇ ਵਿਅਕਤੀ ਦੀ ਪਰਿਭਾਸ਼ਾ ਹੈ ਜੋ ਹੇਠ ਦਿੱਤੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ। ਉਹ 31 ਦਸੰਬਰ ਨੂੰ ਤੁਹਾਡੇ ਜੀਵਨ ਸਾਥੀ ਜਾਂ ਕਾਮਲਾ ਪਾਰਟਨਰ ਵਜੋਂ ਤੁਹਾਡੇ ਨਾਲ ਰਹਿੰਦਾ ਹੋਵੇ। ਉਹ ਸਾਲ ਭਰ ਕੈਨੇਡਾ ਦਾ ਵਸਨੀਕ ਚਾਹੀਦਾ। ਹਾਲਾਂਕਿ ਤੁਹਾਡਾ ਜੀਵਨ ਸਾਥੀ ਜਾਂ ਕਾਮਲਾ ਪਾਰਟਨਰ CWB ਦੇ ਯੋਗ ਨਹੀਂ ਹਨ ਜੇਕਰ ਉਹ ਸਾਲ ਦੇ 13 ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਇੱਕ ਫੁੱਲ ਟਾਈਮ ਵਿਦਿਆਰਥੀ ਵਜੋਂ ਦਾਖਲ ਹੁੰਦੇ ਨੇ, ਜਦੋਂ ਤੱਕ ਉਹਨਾਂ ਕੋਲ 31 ਦਸੰਬਰ ਨੂੰ ਯੋਗ ਨਿਰਭਰਤਾ ਨਹੀਂ ਹੈ। ਸਾਲ ਦੌਰਾਨ ਘੱਟੋ ਘੱਟ 90 ਦਿਨਾਂ ਲਈ ਜੇਲ੍ਹ ਜਾਂ ਫਿਰ ਸਨਮਾਨ ਸੰਸਥਾ ਦੇ ਵਿੱਚ ਸੀਮਿਤ ਰਹੋ। ਕੈਨੇਡਾ ਵਿੱਚ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਕਿਸੇ ਹੋਰ ਦੇਸ਼ ਜਿਵੇਂ ਕਿ ਡਿਪਲੋਮੈਟਸ ਜਾਂ ਕਿਸੇ ਅਜਿਹੇ ਵਿਅਕਤੀ ਦੇ ਪਰਿਵਾਰਕ ਮੈਂਬਰ ਨੇ ਕਿਸੇ ਯੋਗ ਨਿਰਭਰ ਮੰਨਿਆ ਜਾਵੇਗਾ। CWB ਦੇ ਉਦੇਸ਼ ਲਈ ਇੱਕ ਯੋਗ ਨਿਰਭਰ ਨੂੰ ਹੇਠ ਲਿਖੇ ਮਾਪਦੰਡ ਪੂਰੇ ਕਰਨੇ ਚਾਹੀਦੇ ਨੇ। ਜੇਕਰ ਤੁਹਾਡੇ ਬੱਚੇ ਨੇ ਜਾਂ ਫਿਰ ਤੁਹਾਡੇ ਜੀਵਨ ਸਾਥੀ ਜਾਂ ਕਾਮਲਾ ਪਾਰਟਨਰ ਦੇ ਬੱਚੇ ਨੇ, ਉਹ 19 ਸਾਲ ਤੋਂ ਘੱਟ ਉਮਰ ਦੇ ਨੇ ਤੇ 31 ਦਸੰਬਰ ਨੂੰ ਤੁਹਾਡੇ ਨਾਲ ਰਹਿੰਦੇ ਨੇ, ਉਹ ਖੁਦ ਕੈਨੇਡਾ ਵਰਕਰਸ ਬੈਨੀਫਿਟ ਦੇ ਯੋਗ ਨਹੀਂ ਹੋਣਗੇ। ਵਧੀਕ ਸਹਾਇਤਾ, ਪਾਸਤਾ ਤੇ ਪੂਰਵ ਯੋਗਤਾ। ਕੈਨੇਡਾ ਵਰਕਰ ਬੈਨੀਫਿਟਸ ਦੀ ਅਸਮਰਥਾ ਵਾਲੇ ਜੋ ਵਿਅਕਤੀ ਨੇ ਇੱਕ ਅਪੰਗਤਾ ਪੂਰਵਕ ਸ਼ਾਮਲ ਨੇ ਤੇ ਉੱਥੇ ਹੀ ਦੱਸਦੀ ਹੈ ਕਿ ਅਪੰਗਤਾ ਟੈਕਸ ਕ੍ਰੈਡਿਟ DTC ਦੇ ਯੋਗ ਹੁੰਦੇ ਨੇ। CWB ਅਪੰਗਤਾ ਪੂਰਵਕ ਹੋਣ ਦੇ ਨਾਲ ਲਈ ਤੁਹਾਨੂੰ ਕੀ ਕਰਨਾ ਚਾਹੀਦਾ? ਪਾਸਤਾ ਟੈਕਸ ਕ੍ਰੈਡਿਟ ਦੇ ਲਈ ਯੋਗ ਬਣੋ ਅਤੇ CRA ਕੋਲ ਫਾਈਲ ਜਾਂ ਫਿਰ ਇੱਕ ਪ੍ਰਮਾਣਿਤ ਫਾਰਮ T2201 ਅਯੋਗਤਾ ਟੈਕਸ ਕ੍ਰੈਡਿਟ ਸਰਟੀਫਿਕੇਟ ਰੱਖੋ। ਤੁਹਾਡੇ ਸੂਬੇ ਜਾਂ ਰਿਹਾਇਸ਼ ਦੇ ਖੇਤਰ ਦੀ ਨਿਰਧਾਰਤ ਸੀਮਾ ਤੋਂ ਘੱਟ ਆਮਦਨ ਹੋਵੇ। ਤੁਸੀਂ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਕਿਉਂ ਨਹੀਂ ਪ੍ਰਾਪਤ ਕਰ ਸਕਦੇ ਹੋ? ਜੇਕਰ ਤੁਹਾਨੂੰ ਕਿਸੇ ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟਸ ਦਾ ਭੁਗਤਾਨ ਸੰਭਾਵਿਤ ਨਹੀਂ ਤੱਕ ਮਿਲਦਾ ਤਾਂ ਇਸ ਦੇ ਇਹ ਕਾਰਨ ਹੋ ਸਕਦੇ ਨੇ। ਯੋਗਤਾ ਦੇ ਮੁੱਖ ਮੁੱਦੇ ਯਕੀਨੀ ਬਣਾਓ ਕਿ ਤੁਸੀਂ ਕੈਨੇਡਾ ਵਰਕਰਸ ਬੈਨੀਫਿਟ ਦੇ ਲਈ ਸਾਰੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋ। ਜੇਕਰ ਤੁਹਾਡੀ ਪਿਛਲੀ ਟੈਕਸ ਫਾਈਲਿੰਗ ਤੋਂ ਬਾਅਦ ਤੁਹਾਡੀ ਆਮਦਨ ਦੇ ਹਾਲਾਤ ਬਦਲ ਰਹੇ ਨੇ ਜਾਂ ਤੁਹਾਡੀ ਯੋਗਤਾ ਪ੍ਰਭਾਵਿਤ ਹੋ ਸਕਦੀ ਹੈ। ਬੈਂਕਿੰਗ ਜਾਣਕਾਰੀ, ਜੇਕਰ ਤੁਸੀਂ CRA ਦੇ ਨਾਲ ਸਿੱਧੀ ਰਕਮ ਸਾਈਨ ਅਪ ਨਹੀਂ ਕੀਤਾ ਤਾਂ ਤੁਹਾਡੇ ਭੁਗਤਾਨ ਵਿੱਚ ਦੇਰੀ ਹੋ ਸਕਦੀ ਹੈ। CRA ਕੈਨੇਡੀਅਨ ਉਹਨੂੰ ਉਹਨਾਂ ਦੇ ਖਾਸ ਤੌਰ ਤੇ ਲਾਭ ਭੁਗਤਾਨਾਂ ਦੇ ਲਈ ਹੋਰ ਤੇਜ਼ੀ ਨਾਲ ਪ੍ਰਾਪਤ ਕਰਨ ਦੇ ਸਿੱਧੀ ਜਮ੍ਹਾਂ ਕਰਨ ਲਈ ਇੱਕ ਰਜਿਸਟਰਡ ਤੇ ਜ਼ੋਰਦਾਰ ਉਤਸ਼ਾਹਿਤ ਕੀਤਾ ਜਾਵੇਗਾ। ਕਿਸੇ ਵੀ ਸਮੱਸਿਆ ਤੋਂ ਬਚਣ ਦੇ ਲਈ ਤਫਤੀਸ਼ ਕਰਨਾ ਇੱਕ ਚੰਗਾ ਵਿਚਾਰ ਹੈ ਕਿ ਤੁਹਾਡੀ ਆਮਦਨ ਕਰ ਅਤੇ ਲਾਭ ਰਿਟਰਨ ਸਹੀ ਸਮੇਂ ਤੇ ਅਦਾਇ ਕੀਤੇ ਗਏ ਨੇ। ਉੱਥੇ ਦੱਸ ਦਈਏ ਕਿ ਤੁਸੀਂ ਕੈਨੇਡਾ ਰੈਵਨਿਊ ਏਜੰਸੀ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਭੁਗਤਾਨ ਦੀ ਪ੍ਰਤੀਕਿਰਿਆ ਕਰਨ ਵਿੱਚ ਕੋਈ ਤਰੁੱਟੀ ਹੋਈ ਹੈ।
ਆਪਣੇ ਲਾਭਾਂ ਨੂੰ ਵੱਧ ਤੋਂ ਵੱਧ ਕਰਨਾ, ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਲਈ ਸੁਝਾਅ ਇਹ ਯਕੀਨੀ ਬਣਾਓ ਕਿ ਤੁਸੀਂ ਬਿਨਾਂ ਦੇਰੀ ਆਪਣੇ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਭੁਗਤਾਨ ਪ੍ਰਾਪਤ ਕਰ ਸਕਦੇ ਹੋ। ਇਹਨਾਂ ਜ਼ਰੂਰੀ ਸੁਝਾਵਾਂ ਦਾ ਜ਼ਰੂਰ ਪਾਲਣ ਕਰੋ। ਆਪਣੇ ਟੈਕਸ ਜਲਦੀ ਤੋਂ ਜਲਦੀ ਭਰੋ। CRA ਤੁਹਾਡੀ ਆਮਦਨ ਟੈਕਸ ਰਿਟਰਨ ਦੇ ਆਧਾਰ ਤੇ CWB ਦੇ ਲਈ ਤੁਹਾਡੀ ਯੋਗਤਾ ਦੀ ਗਣਨਾ ਕਰਦਾ ਹੈ। ਆਪਣੇ ਟੈਕਸ ਤੁਰੰਤ ਭਰ ਕੇ ਤੁਸੀਂ ਯਕੀਨੀ ਬਣਾ ਸਕਦੇ ਹੋ ਤੁਹਾਡੀ ਅਦਾਇਗੀਆਂ ਸਮੇਂ ਸਿਰ ਪਹੁੰਚ ਰਹੀਆਂ ਨੇ। ਡਾਇਰੈਕਟ ਡਿਪਾਜ਼ਿਟ ਲਈ ਸਾਈਨ ਅਪ ਕਰੋ। ਡਾਇਰੈਕਟ ਡਿਪਾਜ਼ਿਟ ਦੇ ਲਈ ਸਾਈਨ ਅਪ ਕਰਨਾ ਯਕੀਨੀ ਬਣਾਉਣਾ ਕਿ ਤੁਹਾਡੀਆਂ ਅਦਾਇਗੀਆਂ ਬਿਨਾਂ ਕਿਸੇ ਦੇਰੀ ਸਿੱਧੇ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਹੁੰਦੀਆਂ ਨੇ। ਤੁਸੀਂ ਆਪਣੇ CRA ਮਾਈ ਅਕਾਊਂਟ ਦੀ ਵਰਤੋਂ ਕਰਕੇ ਇਹਨਾਂ ਨੂੰ ਲੌਗਆਊਟ ਸੈੱਟ ਕਰ ਸਕਦੇ ਹੋ। ਤੁਹਾਡੇ ਭੁਗਤਾਨ ਮਿਤੀਆਂ ਦੀ ਨਿਗਰਾਨੀ, ਭੁਗਤਾਨ ਅਨੁਸੂਚੀ ਬਾਰੇ ਸੂਚਿਤ ਰਹੋ ਅਤੇ ACWB ਭੁਗਤਾਨ ਮਿਤੀਆਂ ਆਪਣੇ ਕੈਲੰਡਰ ਤੇ ਚਿੰਨ੍ਹਿਤ ਕਰੋ ਜੋ ਪਤਾ ਲਗਾਇਆ ਜਾ ਸਕੇ ਕਿ ਤੁਹਾਡੇ ਖਾਤੇ ਵਿੱਚ ਫੰਡ ਕਦੋਂ ਆਉਣੇ ਨੇ। ਆਪਣੀ ਯੋਗਤਾ ਦੀ ਜਾਂਚ ਕਰੋ। ਯਕੀਨੀ ਬਣਾਓ ਕਿ ਤੁਸੀਂ ਹਰ ਸਾਲ ਆਪਣੀ ਆਮਦਨ, ਪਰਿਵਾਰਕ ਸਥਿਤੀ, ਰਿਹਾਇਸ਼ ਤੇ ਸਮੀਖਿਆ ਕਰਕੇ ਕੈਨੇਡਾ ਵਰਕਰਸ ਬੈਨੀਫਿਟ ਦੇ ਯੋਗਤਾ ਦੇ ਮਾਪਦੰਡ ਪੂਰਾ ਰੱਖਣਾ ਚਾਹੁੰਦੇ ਹੋ। ਐਡਵਾਂਸ ਕੈਨੇਡਾ ਵਰਕਰ ਬੈਨੀਫਿਟ ਘੱਟੋ ਘੱਟ ਆਮਦਨੀ ਵਾਲੇ ਕੈਨੇਡੀਅਨ ਦੇ ਲਈ ਇੱਕ ਮਹੱਤਵਪੂਰਨ ਸਹਾਇਤਾ ਵਿੱਤੀ ਹੈ ਜੋ ਰਹਿਣ ਦੇ ਖਰਚਿਆਂ ਦੇ ਬੋਝ ਘਟਾਉਂਦੀ ਹੈ ਅਤੇ ਮਦਦ ਕਰਨ ਲਈ ਇੱਕ ਵਿੱਤੀ ਸਹਾਇਤਾ ਪੇਸ਼ਕਸ਼ ਕਰਦੀ ਹੈ। ਭੁਗਤਾਨ ਪਹਿਲਾਂ ਤੋਂ ਪ੍ਰਾਪਤ ਕਰਨ ਨਾਲ ਵਿਅਕਤੀ ਅਤੇ ਪਰਿਵਾਰ ਪੂਰੇ ਸਾਲ ਦੌਰਾਨ ਆਪਣੇ ਵਿੱਤ ਦਾ ਬਿਹਤਰ ਪ੍ਰਬੰਧਨ ਕਰ ਸਕਦੇ ਨੇ। ਕ੍ਰੈਡਿਟ ਜਾਂ ਕਰਜ਼ੇ ਦੇ ਰੂਪ ਵਿੱਚ ਨਿਰਭਰਤਾ ਘਟਾ ਸਕਦੇ ਨੇ। ਅਕਤੂਬਰ 11, 2024 ਲਈ ਨਿਆਦ ਕੀਤੇ ਗਏ ਅਗਲੇ ਭੁਗਤਾਨ ਦੇ ਨਾਲ ਅਤੇ 10 ਜਨਵਰੀ 2025 ਤੱਕ ਅੰਤਿਮ ਭੁਗਤਾਨ ਸੈੱਟ ਕੀਤਾ ਗਿਆ। ਯੋਗ ਪ੍ਰਾਪਤਕਰਤਾ ਲਗਾਤਾਰ ਸਹਾਇਤਾ ਅਤੇ ਭਰੋਸੇ ਕਰ ਸਕਦੇ ਨੇ ਕਿਉਂਕਿ ਉਹ ਘੱਟ ਆਮਦਨੀ ਦਾ ਪ੍ਰਬੰਧਨ ਦੀਆਂ ਚੁਣੌਤੀਆਂ ਨੂੰ ਨੈਗੇਟਿਵ ਕਰਦੇ ਨੇ। ਇਹ ਜ਼ਰੂਰੀ ਲਾਭ ਤੱਕ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਆਪਣੀ ਯੋਗਤਾ ਦੀ ਤਸਦੀਕ ਕਰਨਾ ਯਕੀਨੀ ਬਣਾਓ। ਆਪਣੇ ਟੈਕਸ ਰਿਟਰਨ ਸਮੇਂ ਸਿਰ ਫਾਈਲ ਕਰੋ ਅਤੇ ਆਪਣੀ ਬੈਂਕਿੰਗ ਜਾਣਕਾਰੀ ਨੂੰ CRA ਨਾਲ ਅਪਡੇਟ ਰੱਖੋ। 2024 ਦੀਆਂ ਨਵੀਆਂ ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟ ਭੁਗਤਾਨ ਦੀਆਂ ਤਰੀਕਾਂ ਕੀ ਨੇ? ਬਾਕੀ ਬਚੀਆਂ ਐਡਵਾਂਸਡ ਕੈਨੇਡਾ ਬੈਨੀਫਿਟ ਵਰਕਰ ਦੀ ਜੋ ਭੁਗਤਾਨ ਮਿਤੀਆਂ ਦੀ ਗੱਲ ਕੀਤੀ ਜਾਵੇ ਤਾਂ ਅਕਤੂਬਰ 11, 2024 ਤੇ 10 ਜਨਵਰੀ 2025 ਹੈ। ਇਹ ਭੁਗਤਾਨ ਤਿਮਾਹੀ ਜਾਰੀ ਕੀਤੇ ਜਾਂਦੇ ਨੇ। ਹਰ ਇੱਕ ਕਿਸ਼ਤ ਸਾਲ ਲਈ ਤੁਹਾਡੇ ਕੁੱਲ CWB ਰਕਮ ਦੇ 50% ਤੱਕ ਦਰਸਾਉਂਦੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਜਦੋਂ ਇੱਕ ਜ਼ਿਆਦਾਤਰ ਪ੍ਰਾਪਤਕਰਤਾ ਅਤੇ ਨਿਯਮਤ ਮਿਤੀ ਤੇ ਉਹਨਾਂ ਦਾ ਭੁਗਤਾਨ ਪ੍ਰਾਪਤ ਹੋਵੇ, ਤੁਹਾਡੀ ਵਿੱਤੀ ਸੰਸਥਾਨ ਤੇ ਕੀ ਤੁਹਾਡੀ ਸਿੱਧੀ ਰਕਮ ਨੂੰ ਸਾਈਨ ਅਪ ਕੀਤਾ ਤੇ ਆਧਾਰ ਤੇ ਤੁਹਾਡੇ ਬੈਂਕ ਖਾਤੇ ਵਿੱਚ ਫੰਡ ਆਉਣ ਵਿੱਚ 10 ਕਾਰੋਬਾਰੀ ਦਿਨ ਲੱਗ ਸਕਦੇ ਨੇ। ਐਡਵਾਂਸ ਕੈਨੇਡਾ ਵਰਕਰਸ ਬੈਨੀਫਿਟ ਪੇਮੈਂਟਸ ਲਈ ਅਪਲਾਈ ਕਿਵੇਂ ਕਰ ਸਕਦੇ ਹੋ? ਚੰਗੀ ਖਬਰ ਇਹ ਹੈ ਕਿ ਤੁਹਾਨੂੰ ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟਸ ਪ੍ਰਾਪਤ ਕਰਨ ਲਈ ਵੱਖੋ ਵੱਖਰੀ ਅਰਜ਼ੀਆਂ ਦੇਣ ਦੀ ਜ਼ਰੂਰਤ ਨਹੀਂ ਹੈ। ਜਦੋਂ ਤੁਸੀਂ ਆਪਣਾ ਇਨਕਮ ਟੈਕਸ ਤੇ ਬੈਨੀਫਿਟ ਰਿਟਰਨ ਫਾਈਲ ਕਰਦੇ ਹੋ ਤਾਂ CRA ਆਪਣੇ ਆਪ ਕੈਨੇਡਾ ਵਰਕਰ ਬੈਨੀਫਿਟਸ ਦੇ ਲਈ ਤੁਹਾਨੂੰ ਯੋਗਤਾ ਦਾ ਮੁਲਾਂਕਣ ਕਰੇਗਾ। ਜੇਕਰ ਤੁਸੀਂ ਯੋਗ ਹੋ ਤਾਂ CRA ਤੁਹਾਡੀ ਲਾਭ ਰਾਸ਼ੀ ਦੀ ਗਣਨਾ ਕਰੇਗਾ ਅਤੇ ਉਸ ਅਨੁਸਾਰ ਉન્નਤ ਭੁਗਤਾਨ ਜਾਰੀ ਕਰਨਾ ਸ਼ੁਰੂ ਕਰੇਗਾ। ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਮੇਂ ਸਿਰ ਭੁਗਤਾਨ ਪ੍ਰਾਪਤ ਕਰਦੇ ਹੋ, ਯਕੀਨੀ ਬਣਾਓ ਤੁਹਾਡੀ ਆਮਦਨ, ਕਰ ਅਤੇ ਲਾਭ ਰਿਟਰਨ ਲਾਭ ਦੀ ਮਿਆਦ ਦੇ 1 ਨਵੰਬਰ ਤੋਂ ਪਹਿਲਾਂ ਦਾਖਲ ਕੀਤੀ ਜਾਂਦੀ ਹੈ। ਸਿੱਧੀ ਜਮ੍ਹਾਂ ਰਕਮ ਤੁਹਾਡੀ ਬੈਂਕਿੰਗ ਜਾਣਕਾਰੀ CRA ਕੋਲ ਅਪਡੇਟ ਹੁੰਦੀ ਹੈ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।